सतनाम श्री वाहिगुरु साहिब जीओ। तू चाओ सज्जन मैंडिया डीस सिवतार, नैन महिंजे तरसद कद पसी दीदार। तेरे कवन कवन गुण कह कह गावा, तू साहिब गुणी निदाना। तुमरी महिमा वर्ण न सकूं, तू ठाकुर ऊंच भगवाना। मैं हर हर नाम तरसोई, ज्यों पावै त्यों राख मेरे साहिब। मैं तुझ बिना अवर न कोई, मैं ताण दीवान तू है मेरे स्वामी। मैं तो दिया गए अरदास, मैं होर थाओ नाही जिस पे करूं बिनती। मेरा दुख सुख तुझ ही पास, मेरा दुख सुख तुझ ही पास। वाहिगुरु वाहिगुरु वाहिगुरु। दीन दुनी दे वाली, चवर छत्र तख्त दे मालक सतगुरु, नेह कलंक अवतार, हाजरा हजूर जहरा जहूर सर्व कला भरपूर सतगुरु जी हाजर नाजर गुरु, प्रतख समरथ गुरु, प्रगट गुरां की देह तन तन साहिब श्री गुरु ग्रंथ साहिब जी महाराज। सतगुरां दी पवित्र हजूरी सेवा अंदर जुड़ बैठी गुरु सवारी गुरु रूप साध संगत जी बड़े बड़े भागे हैं जो सतगुरां दी कृपा सदका गुरु चरणा अंदर जुड़ बैठ करके सतगुरां दी पावन बाणी हर जा सरवण कर रहे हैं। बड़े प्यार दे नाल आप जी ने आसा जी की वार दे शब्द कीर्तन सरवण कीते ने। आओ एकाग्रता ते भावना दे नाल जुड़ बैठ करके सतगुरां दी बाणी दी विचार नूं सरवण करदियां होइयां वडभागे बणीए जी। सो विचार दी आरंभता तो पहला अपनी हाजरी नूं गुरु चरणां दे विच लवाउंदियां होइयां सतगुरां दी बख्शी हुई गुरु फतेह बुलंद करो गज के आखो वाहिगुरु जी का खालसा वाहिगुरु जी की फतेह। भाई गुरदास जी पावन बचन करदे आ, जैसे खांड चून कृत होत कर बिखै पै। पाहु ना के आए पूरी कह खुआए खाइए। जैसे चीर हार मुक्ता कनक अपरन पै। ब्याहु काज साज तन सुजन दिखाइए। जैसे हीरा मानक अमोल होत हाथ ही में। गाह के दिखाए बिड़ता बसेख पाइए। तैसे गुरबाणी लिख पोथी बांध राखियत। मिल गुर सिख पढ़ सुन ले बुलाई। भाई गुरदास जी पावन बचना दे राही समझाउणा करदे आ भी जिद्दां घर दे विच खंड घिओ आटा दाल लूण राशन पानी होवे उसकी सार्थकता कदों होंदी है भी वो डब्बियां दे विच पिया पिया उन्हें सुसरियां लग जाण, वो गल जे खराब हो जे, ओदी
कोई सार्थकता नहीं बनती। ਤੁਹਾਡੇ ਘਰ ਦੇ ਵਿੱਚ ਆਟਾ, ਖੰਡ, ਘਿਓ, ਦਾਲ, ਰਾਸ਼ਨ ਪਾਣੀ ਅਕਾਲ ਪੁਰਖ ਦੀਆਂ ਦਿੱਤੀਆਂ ਇਹ ਨਿਆਮਤਾਂ ਹਨ। ਇਹਨਾਂ ਦੀ ਸਾਰਥਕਤਾ ਉਦੋਂ ਪ੍ਰਾਪਤ ਹੁੰਦੀ ਹੈ, ਇਹਨਾਂ ਤੋਂ ਵਡਿਆਈ ਕਦੋਂ ਪ੍ਰਾਪਤ ਹੁੰਦੀ ਹੈ ਜਦੋਂ ਘਰ ਦੇ ਵਿੱਚ ਕੋਈ ਪ੍ਰਾਹੁਣਾ ਆਉਂਦਾ, ਅਤਿਥੀ ਆਉਂਦਾ ਹੈ ਤੇ ਉਸ ਦੀ ਅਸੀਂ ਇਹਨਾਂ ਪਦਾਰਥਾਂ ਦੇ ਨਾਲ ਸੇਵਾ ਕਰੀਏ, ਉਹਨੂੰ ਚੰਗਾ ਭੋਜਨ ਪ੍ਰਸ਼ਾਦਾ ਛਕਾਈਏ, ਉਹਦਾ ਸਤਿਕਾਰ ਕਰੀਏ। ਤੇ ਜਦੋਂ ਉਹ ਇਹ ਭੋਜਨ ਪਦਾਰਥ ਛਕਦਾ ਹੈ ਤੇ ਇਹ ਛਕਣ ਤੋਂ ਬਾਅਦ ਜਦੋਂ ਉਹਦੀ ਆਤਮਾ ਤ੍ਰਿਪਤ ਹੁੰਦੀ ਹੈ ਤੇ ਉਹਦੇ ਦਿਲ ਦੇ ਵਿੱਚੋਂ ਅਸੀਸ ਨਿਕਲਦੀ ਹੈ ਤੇ ਫਿਰ ਵਡਿਆਈ ਮਿਲ ਜਾਂਦੀ ਹੈ ਇਹਨਾਂ ਪਦਾਰਥਾਂ ਦੀ। ਹੁਣ ਘਰ ਦੇ ਵਿੱਚ ਕੋਈ ਮਹਿਮਾਨ ਆ ਗਿਆ ਤੇ ਉਹਨੂੰ ਚਾਹ ਵੀ ਨਹੀਂ ਪੁੱਛਣੀ, ਪਾਣੀ ਵੀ ਨਹੀਂ ਪੁੱਛਣਾ ਤੇ ਘਰ ਦੇ ਵਿੱਚ ਪਿਆ ਸਭ ਕੁਝ ਹੈ, ਦੁੱਧ ਵੀ ਹੈ, ਖੰਡ ਵੀ ਹੈ, ਘਿਓ ਵੀ ਹੈ, ਸਭ ਕੁਝ ਹੈ, ਲੇਕਿਨ ਉਹ ਕਿਸੇ ਨੂੰ ਖਵਾਉਣਾ ਨਹੀਂ ਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਉਹਦੀ ਸਾਰਥਕਤਾ ਨਹੀਂ ਹੈ, ਉਹ ਵਿਅਰਥ ਹੈ ਸਭ ਕੁਝ, ਉਹ ਵਡਿਆਈ ਨਹੀਂ ਦੇ ਸਕਦਾ। ਡੱਬਿਆਂ ਦੇ ਵਿੱਚ ਪਿਆ ਬੰਦ ਕਰਕੇ ਨਾ ਰੱਖ, ਜੇ ਘਰ ਦੇ ਵਿੱਚ ਕੋਈ ਆਵੇ ਤੇ ਉਹਦਾ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਉਹਨੂੰ ਛਕਾ ਤਾਂ ਕਿ ਤੇਰੀ ਵਡਿਆਈ ਹੋਵੇ ਤੇ ਅਗਲੇ ਦੇ ਮਨ ਦੇ ਵਿੱਚ ਵੀ ਜਾਵੇ ਹਾਂ ਭਾਈ ਇਹਦੇ ਘਰ ਦੇ ਵਿੱਚ ਹੈ ਕੁਝ, ਮਾਲਕ ਨੇ ਬਖਸ਼ਿਆ। ਭਾਵ ਉਹਨਾਂ ਪਦਾਰਥਾਂ ਦੀ ਸਾਰਥਕਤਾ ਫਿਰ ਬਣੇਗੀ ਜੇ ਉਹਨਾਂ ਪਦਾਰਥਾਂ ਦਾ ਭੋਜਨ ਛਕਾ ਤਿਆਰ ਕਰਕੇ ਕਿਸੇ ਅਤਿਥੀ ਨੂੰ ਛਕਾਇਆ ਜਾਵੇ। ਉਸੇ ਤਰ੍ਹਾਂ ਦੂਜਾ ਉਦਾਹਰਨ ਬਖਸ਼ਦੇ, ਜੈਸੇ ਚੀਰਹਾਰ ਮੁਕਤਾ ਕਨਕ ਅਭਰਨ ਭੈ, ਵਿਆਹੋਂ ਕਾਜ ਸਾਜ ਤਨ ਸੁਜਨ ਦਿਖਾਈਐ। ਘਰ ਦੇ ਵਿੱਚ ਸੋਨਾ ਚਾਂਦੀ ਗਹਿਣੇ ਹੋਣ, ਹਾਰ ਕਾਂਟੇ ਮੁੰਦੀਆਂ ਸਭ ਕੁਝ ਹੋਵੇ, ਤਿਜੋਰੀ ਦੇ ਵਿੱਚ ਬੰਦ ਪਏ ਹੋਣ ਤੇ ਉਹ ਸ਼ੋਭਾ ਨਹੀਂ ਪਾਉਂਦੇ। ਜਦੋਂ ਘਰ ਦੇ ਵਿੱਚ ਕੋਈ ਖੁਸ਼ੀ ਦਾ ਕਾਰਜ ਹੁੰਦਾ ਹੈ, ਕੋਈ ਵਿਆਹ ਸ਼ਾਦੀ ਦਾ ਕਾਰਜ ਹੁੰਦਾ ਹੈ, ਜਦੋਂ ਚਾਰ ਸੱਜਣ ਪਿਆਰੇ ਇਕੱਠੇ ਹੋਣ ਤੇ ਫਿਰ ਉਦੋਂ ਜਦੋਂ ਉਹ ਗਹਿਣਿਆਂ ਦਾ ਹਾਰ ਸ਼ਿੰਗਾਰ ਤਨ ਤੇ ਕੀਤਾ ਜਾਂਦਾ ਤੇ ਉਹਨਾਂ ਦੀ ਸ਼ੋਭਾ ਬਣ ਜਾਂਦੀ ਹੈ, ਉਹਨਾਂ ਦੀ ਵਡਿਆਈ ਬਣ ਜਾਂਦੀ ਹੈ। ਤੇ ਜੇ ਉਹ ਕੇਵਲ ਤੇ ਕੇਵਲ ਤਿਜੋਰੀਆਂ ਦੇ ਵਿੱਚ ਬੰਦ ਪਏ ਆ ਤੇ ਉਹਨਾਂ ਦੀ ਕਾਹਦੀ ਸ਼ੋਭਾ ਤੇ ਕਾਹਦੀ ਵਡਿਆਈ, ਉਹ ਕੇਵਲ ਤੇ ਕੇਵਲ ਮਿੱਟੀ ਦੀ ਢੇਰੀ ਸਮਾਨ ਉਹ ਤਿਜੋਰੀ ਦੇ ਵਿੱਚ ਪਏ ਰਹਿੰਦੇ ਆ। ਉਹਨਾਂ ਗਹਿਣਿਆਂ ਦੀ ਸ਼ੋਭਾ ਵੀ ਤਾਂ ਹੈ ਜੇ ਉਹਨਾਂ ਨੂੰ ਕੋਈ ਧਾਰਨ ਕਰਕੇ ਕਿਸੇ ਦੇ ਸਾਹਮਣੇ ਜਾਵੇ ਤੇ ਫਿਰ ਉਹਨਾਂ ਦੀ ਵਡਿਆਈ ਹੁੰਦੀ ਹੈ, ਭਾਵ ਉਹਨਾਂ ਦਾ ਪ੍ਰਦਰਸ਼ਨ ਹੋਵੇ। ਤੇ ਦੂਸਰਾ ਉਦਾਹਰਨ ਦਿੰਦੇ ਆ, ਜੈਸੇ ਹੀਰਾ ਮਾਨਕ ਅਮੋਲ ਹੋਤ ਹਾਥ ਹੀ ਮੈਂ, ਗਾਹ ਕੇ ਦਿਖਾਏ ਬਿੜਤਾਬ ਸੇਖ ਪਾਈਏ। ਉਸੇ ਤਰ੍ਹਾਂ ਹੀ ਜਿੱਦਾਂ ਇੱਕ ਸੁਨਿਆਰੇ ਦੀ ਦੁਕਾਨ ਦੇ ਵਿੱਚ ਹੀਰੇ ਚਾਂਦੀ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਲੇਕਿਨ ਉਹ ਸੁਨਿਆਰਾ ਆਪਣੀ ਤਿਜੋਰੀ ਚੋਂ ਬਾਹਰ ਨਹੀਂ ਕੱਢਣਾ ਚਾਹੁੰਦਾ, ਉਹਨਾਂ ਨੂੰ ਲੁਕੋ ਕੇ ਅੰਦਰ ਬੰਦ ਰੱਖਣਾ ਚਾਹੁੰਦਾ ਤੇ ਨਾ ਉਹ ਗਹਿਣੇ ਵਿਕਣਗੇ ਤੇ ਨਾ ਉਹਨਾਂ ਦਾ ਕੋਈ ਮੁੱਲ ਪਏਗਾ। ਉਹਨਾਂ ਦੀ ਕੀਮਤ ਪ੍ਰਾਪਤ ਕਰਨ ਦੇ ਲਈ ਸੁਨਿਆਰੇ ਨੂੰ ਉਹਨਾਂ ਦੀ ਪ੍ਰਦਰਸ਼ਨੀ ਕਰਨੀ ਪੈਂਦੀ ਹੈ, ਭਾਵ ਆਪਣੀ ਦੁਕਾਨ ਦੇ ਵਿੱਚ ਉਹਨਾਂ ਨੂੰ ਸਜਾ ਕੇ ਰੱਖਣਾ ਪੈਂਦਾ ਤਾਂ ਕਿ ਗ੍ਰਾਹਕ ਆਉਣ, ਉਹਨਾਂ ਦੀ ਨਜ਼ਰਾਂ ਦੇ ਵਿੱਚ ਉਹ ਗਹਿਣੇ ਆ ਜਾਣ ਤੇ ਉਹ ਉਹਨਾਂ ਨੂੰ ਪਸੰਦ ਕਰਕੇ ਉਹਦੀ ਕੀਮਤ ਲਾ ਕੇ ਉਹਨੂੰ ਖਰੀਦ ਲੈਣ ਤੇ ਉਹਦਾ ਮੁੱਲ ਮਿਲ ਜਾਂਦਾ ਹੈ। ਕਿਸੇ ਸਿਆਣੇ ਨੇ ਕਿਹਾ, ਕਹਿੰਦੇ ਜੋ ਦਿਖਤਾ ਹੈ ਉਹ ਵਿਕਤਾ ਹੈ, ਭਾਵ ਉਹ ਜੇ ਦਿਖਣਗੇ ਤੇ ਵਿਕਣਗੇ ਵੀ ਤਾਂ ਹੀ, ਤੇ ਜੇ ਕੇਵਲ ਤਿਜੋਰੀਆਂ ਦੇ ਵਿੱਚ ਬੰਦ ਪਏ ਰਹਿਣ ਤੇ ਉਹਨਾਂ ਦੀ ਕੋਈ ਕੀਮਤ ਨਹੀਂ, ਕੋਈ ਸਾਰਥਕਤਾ ਨਹੀਂ। ਉਸੇ ਤਰ੍ਹਾਂ ਇੱਥੇ ਉਦਾਹਰਨ ਬਖਸ਼ ਕੇ ਹੁਣ ਆਤਮਿਕ ਜੀਵਨ ਨੂੰ ਸਮਝਾਉਂਦੇ ਆ, ਤੈਸੇ ਗੁਰਬਾਣੀ ਲਿਖ ਪੋਥੀ ਬਾਂਧ ਰਾਖੀਅਤ। ਉਸੇ ਤਰ੍ਹਾਂ ਸੱਚੇ ਸਤਿਗੁਰੂ ਨੇ ਪੋਥੀ ਦੇ ਰੂਪ ਦੇ ਵਿੱਚ, ਸ਼ਬਦ ਦੇ ਰੂਪ ਦੇ ਵਿੱਚ ਸਾਨੂੰ ਬਾਣੀ ਬਖਸ਼ੀ ਹੈ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਾਰਥਕਤਾ ਕਦੋਂ ਆਏਗੀ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਰੂਪ ਦੇ ਵਿੱਚ ਆਤਮਿਕ ਗਿਆਨ ਦਾ ਅੰਮ੍ਰਿਤ ਰੂਪੀ ਸਾਗਰ ਬਾਣੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਮੌਜੂਦ ਹੈ, ਤੇ ਜੇ ਇਹਨੂੰ ਕੇਵਲ ਰਮਾਲਿਆਂ ਦੇ ਵਿੱਚ ਲਪੇਟ ਕੇ ਅਸੀਂ ਰੱਖ ਦਿੱਤਾ ਤੇ ਫਿਰ ਸਾਰਥਕਤਾ ਕਿੱਥੋਂ ਬਣੇ, ਫਿਰ ਉਹ ਵਡਿਆਈ ਕਿੱਥੋਂ ਬਣੇ, ਫਿਰ ਸਾਡੇ ਜੀਵਨ ਦਾ ਕਲਿਆਣ ਕਿੱਥੋਂ ਹੋਏਗਾ ਤੇ ਕਿਨਾਰਾ ਕਿੱਥੋਂ ਮਿਲੇਗਾ। ਹਜੂਰ ਪਾਤਸ਼ਾਹ ਕਹਿੰਦੇ ਕੇਵਲ ਤੇ ਕੇਵਲ ਗੁਰੂ ਦੀ ਬਾਣੀ ਨੂੰ ਪੋਥੀ ਦੇ ਵਿੱਚ ਬੰਦ ਕਰਕੇ ਨਾ ਰੱਖ, ਉਸ ਬਾਣੀ ਨੂੰ ਮਿਲ, ਗੁਰਸਿੱਖ ਪੜ੍ਹ ਸੁਣ ਲਿਵ ਲਾਈਏ। ਕਿਸੇ ਚੰਗੇ ਗੁਰਸਿੱਖ ਨੂੰ ਮਿਲ ਤੇ ਗੁਰਸਿੱਖ ਤੋਂ ਉਸ ਬਾਣੀ ਨੂੰ ਸਰਵਣ ਕਰ। ਜੇ ਖੁਦ ਆਪ ਪੜ੍ਹ ਸਕਦਾ ਤੇ ਆਪ ਪੜ੍ਹ, ਉਸ ਬਾਣੀ ਨੂੰ ਲਿਵ ਲਾ ਕੇ ਮਨ ਜੋੜ ਕੇ ਪੜ੍ਹ ਸੁਣ ਤੇ ਵਿਚਾਰ ਤੇ ਆਪਣੀ ਜ਼ਿੰਦਗੀ ਦੇ ਵਿੱਚ ਕਮਾ, ਤੇਰੇ ਜੀਵਨ ਦਾ ਭਲਾ ਹੋ ਜਾਏਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੇਵਲ ਤੇ ਕੇਵਲ ਪੋਥੀ ਤੱਕ ਸੀਮਤ ਨਹੀਂ ਰੱਖਣਾ ਜਾਂ ਮੱਥੇ ਟੇਕਣ ਤੱਕ ਸੀਮਤ ਨਹੀਂ ਰੱਖਣਾ। ਇਸ ਬਾਣੀ ਨੂੰ ਮੱਥਾ ਟੇਕਣ ਤੋਂ ਬਾਅਦ ਆਪਣੀ ਮੱਤ ਦਾ, ਆਪਣੀ ਸੁਰਤ ਦਾ ਸ਼ਿੰਗਾਰ ਬਣਾਉਣਾ ਹੈ, ਜੀਵਨ ਦੇ ਅਸੂਲ ਬਣਾਉਣਾ ਹੈ। ਤੇ ਜਿੰਨਾ ਚਿਰ ਬਾਣੀ ਦਾ ਸਿਧਾਂਤ ਜੀਵਨ ਦਾ ਅਸੂਲ ਨਹੀਂ ਬਣਦਾ, ਉਹਨਾਂ ਚਿਰ ਜੀਵਨ ਨੂੰ ਕਿਨਾਰਾ ਨਹੀਂ ਮਿਲਦਾ। ਸੋ ਸਤਿਗੁਰੂ ਪਾਤਸ਼ਾਹ
चौथे पातशाह गुरु रामदास महाराज वडहंस राग दे विच सतगुरां दे पवित्र अंग 573 ते अज दे शब्दां दे विच बचन करदे आ। हर सतगुर मेल, हर सतगुर चरण हम पाया राम। हे मेरे रब जी किरपा करो। गुरु दी बाणी आत्मिक जीवन बख्शण वाली आ। गुरु ही मेरे टुटे हुए जीवन नूं किनारा बख्श के इस भवसागर तो पार करन दा इक्को ही मात्र एक ताकत है जो मैनूं इस भवसागर चों पार ला सकदी है। गुरु दी किरपा दे नाल ही मेरा आत्मिक मेल तुहाडे नाल हो सकदा। ये बेनती रब दे अगे ते तुसी मेहरामत करो, किरपा करो, मेरे विछड़े हुए ते उत्ते तरस खा के मेरा मिलाप है जिहड़ा मेरा प्यार है वो सच्चे गुरु दे नाल जोड़ दिओ। हर सतगुर मेल, हर सतगुर मेल, किरपा कर हे परमात्मा सच्चे गुरु दे नाल मेरे मेल करा। गुरु दे चरण ही मैनूं चंगे लगदे आ। हर सतगुर चरण हम भाया राम, क्योंकि गुरु दे चरणां दे विच ही तेरी किरपा है, गुरु दे चरणां दे विच ही तेरी मेहरामत है, गुरु दे चरणां दे विचों ही तेरे दर दी प्राप्ति है। हिरदे चरण शब्द सतगुर नानक बाधियो पाल। गुरु दे शब्द रूपी चरणां नूं अपने सुरत रूपी हिरदे दे विच पल्ले बन्नना, कबूलना ये मैनूं आ जावे। मेरी मत ते मेरे विवेक नूं एडा वड्डा कर दे कि गुरु दे चरणां दे नाल जुड़ के सच्चे सतगुरु दी सच्ची बाणी दे आत्मिक उपदेश नूं जीवन दे विच कमा के मैं तेरे ते मेरे विचकार दी विथ नूं खत्म कर लिया। किव सचियारा होइए किव कूड़ा टुटै पाल, हुक्म रजाई चलना नानक लिखिया नाल। ये कूड़ दी कंध, ये कूड़ दा पड़दा, ये कूड़ दी फसील, ये झूठ ते माया दी जिहड़ी फसील जिन्ने फासला पैदा कर दिता आत्मा ते परमात्मा दे विचकार, इनू केवल गुरु दा शब्द भन सकदा है। इनू केवल ते केवल गुरु दा शब्द तोड़ सकदा है। गुरु दा हुक्म ते गुरु दी रजा ही इस कंध, इस फासले नू खत्म करके आत्मा दा मेल परमात्मा दे नाल करवा सकदी है। इसे करके सतगुरु जी अरदास करदे आ, हे परमात्मा किरपा कर मैनू सच्चे गुरु दे नाल जोड़, सच्चे गुरु दे नाल मेरा मिलाप करवा। तिमर अज्ञान गवाया गुर ज्ञान अंजन गुर पाया। ज्ञान अंजन गुर दिया अज्ञान अंधेर विनाश, हर कृपा ते संत भेटे। ज्ञान अंजन हुण अज्ञानता, हुण चिट्टा मोतिया होवे, अखां दे विच धुंधलापन होवे ते गुरु ने ਜਦੋਂ ਹੁਣ ਕੋਈ ਚੰਗੀ ਦਵਾਈ ਆਪਾਂ ਜਦੋਂ ਅੰਦਰ ਅੱਖ ਦੇ ਵਿੱਚ ਪਾਉਂਦੇ ਆ, ਉਹ ਜਿਹੜਾ ਅੱਖ ਦਾ ਜਿਹੜਾ ਧੁੰਦਲਾਪਨ ਹੈ ਉਹ ਖਤਮ ਹੋ ਜਾਂਦਾ ਹੈ। ਤੇ ਉਸੇ ਤਰ੍ਹਾਂ ਨਜ਼ਰੀਏ ਦੇ ਵਿੱਚ, ਜੀਵਨ ਦੇ ਵਿੱਚ ਜਦੋਂ ਅਗਿਆਨਤਾ ਦਾ ਹਨੇਰਾ ਹੈ ਤੇ ਇਸ ਹਨੇਰੇ ਨੂੰ ਦੂਰ ਕਰਨ ਦੀ ਜਿਹੜੀ ਦਵਾਈ, ਇਸ ਹਨੇਰੇ ਨੂੰ ਦੂਰ ਕਰਨ ਦਾ ਜਿਹੜਾ ਸੁਰਮਾ, ਅੰਜਨ ਦਾ ਭਾਵ ਹੈ ਸੁਰਮਾ, ਉਹ ਗਿਆਨ ਰੂਪੀ ਸੁਰਮਾ ਕੇਵਲ ਗੁਰੂ ਕੋਲੇ ਹੈ, ਜਿਹੜਾ ਅਗਿਆਨਤਾ ਦਾ ਹਨੇਰਾ ਖਤਮ ਕਰ ਸਕਦਾ ਹੈ। ਜਿਸ ਤਰ੍ਹਾਂ ਸ਼ਲੋਕ ਦੇ ਵਿੱਚ ਸਤਿਗੁਰੂ ਬਚਨ ਕਰਦੇ ਆ, ਗਿਆਨ ਅੰਜਨ ਗੁਰ ਦੀਆ। ਗੁਰੂ ਨੇ ਕਿਰਪਾ ਕੀਤੀ, ਮੇਰੀਆਂ ਅੱਖਾਂ ਅੰਨੀਆਂ ਹੋ ਚੁੱਕੀਆਂ ਸੀ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਇਹਨਾਂ ਨੂੰ ਸੱਚ ਨਹੀਂ ਸੀ ਵੇਖਣਾ ਆਉਂਦਾ। ਅਗਿਆਨਤਾ ਦੇ ਹਨੇਰੇ ਦੇ ਵਿੱਚ ਡੁੱਬੀਆਂ ਪਈਆਂ, ਹਨੇਰੇ ਦੇ ਵਿੱਚ ਇਹਨਾਂ ਨੂੰ ਜੀਵਨ ਦੀ ਅਸਲੀਅਤ ਨਹੀਂ ਦਿਖਦੀ, ਇਹਨਾਂ ਨੂੰ ਇਸ ਸੰਸਾਰ ਦੀ ਹਕੀਕਤ ਨਹੀਂ ਦਿਸਦੀ, ਇਸ ਨਾਸਵਾਨ ਮਾਇਆ ਰੂਪੀ ਕੂੜ ਰੂਪੀ ਸੰਸਾਰ ਦੀ ਹਕੀਕਤ ਨਹੀਂ ਦਿਸਦੀ। ਗੁਰੂ ਨੇ ਕਿਰਪਾ ਕੀਤੀ, ਇਹ ਮਾਇਆ ਦਾ ਜਿਹੜਾ ਚਿੱਟਾ ਮੋਤੀਆ ਅੱਖਾਂ ਦੇ ਵਿੱਚ ਬਣਿਆ ਪਿਆ, ਜਿਹਨੇ ਅੱਖਾਂ ਧੁੰਦਲੀਆਂ ਕਰ ਦਿੱਤੀਆਂ, ਗੁਰੂ ਨੇ ਗਿਆਨ ਅੰਜਨ ਬਖਸ਼ਿਆ, ਗਿਆਨ ਦਾ ਸੁਰਮਾ ਬਖਸ਼ਿਆ। ਤੇ ਜਦੋਂ ਗਿਆਨ ਦਾ ਸੁਰਮਾ ਬਖਸ਼ ਦਿੱਤਾ, ਅਗਿਆਨ ਅੰਧੇਰ ਵਿਨਾਸ਼, ਅਗਿਆਨਤਾ ਦਾ ਹਨੇਰਾ ਜਿਹੜਾ ਅੱਖਾਂ ਦੇ ਵਿੱਚੋਂ ਖਤਮ ਹੋ ਗਿਆ। ਹੁਣ ਚਾਨਣ ਆ ਗਿਆ, ਪ੍ਰਤੱਖ ਸਪਸ਼ਟ ਤੇ ਸਾਫ਼ ਸੁਥਰੀ ਤਸਵੀਰ ਦਿਖਣ ਲੱਗ ਪਈ ਹੈ। ਪਤਾ ਲੱਗ ਗਿਆ ਭਾਈ ਇਹ ਸਰੀਰ ਮਿੱਟੀ ਦੀ ਢੇਰੀ ਬਣ ਜਾਣਾ, ਹੁਣ ਸਰੀਰ ਦਾ ਮਾਣ ਨਹੀਂ। ਪਤਾ ਲੱਗ ਗਿਆ ਇਹ ਧਨ ਦੌਲਤ ਮਾਇਆ ਜਿਹੜੀ ਇਕੱਠੀ ਕਰ ਕਰਕੇ ਮੈਂ ਸਾਰਾ ਜੀਵਨ ਬਰਬਾਦ ਕਰ ਲਿਆ, ਇਹ ਨਾਲ ਨਹੀਂ ਜਾਣੀ। ਪਤਾ ਲੱਗ ਗਿਆ ਧੀਆਂ ਪੁੱਤਰਾਂ ਦੇ ਮੋਹ ਪਿੱਛੇ ਰੱਬ ਨੂੰ ਭੁੱਲ ਗਿਆ, ਇਹਨਾਂ ਦੇ ਨਾਲ ਮੈਂ ਸਦਾ ਨਹੀਂ ਰਹਿਣਾ। ਅਗਿਆਨ ਅੰਧੇਰਾ, ਅਗਿਆਨ ਅੰਧੇਰ ਵਿਨਾਸ਼। ਜਦੋਂ ਅਗਿਆਨਤਾ ਦਾ ਹਨੇਰਾ, ਪਹਿਲਾਂ ਅਗਿਆਨਤਾ ਸੀ ਵੀ ਪੈਸਾ ਮੁਕਤ ਪੰਥ ਜਾਣਿਓ ਤਾਂ ਨਾ ਹੁਣ ਧਨ ਜੋਰਨ ਕੋ ਧਾਇਆ, ਇਹ ਅਗਿਆਨਤਾ ਹੀ ਤਾਂ ਹੈ ਨਾ। ਮੁਕਤੀ ਦਾ ਰਾਹ ਨਹੀਂ ਚੁਣਿਆ, ਕੇਵਲ ਤੇ ਕੇਵਲ ਪੈਸਾ ਧਨ ਇਕੱਠਾ ਕਰਨ ਦੇ ਪਿੱਛੇ ਸਾਰਾ ਜੀਵਨ ਲਾ ਦੇਣਾ, ਇਹ ਅਗਿਆਨਤਾ ਹੈ। ਜਿੱਦਾਂ ਇੱਕ ਅੰਨਾ ਜਿਹਨੂੰ ਰਾਹ ਦਾ ਨਹੀਂ ਪਤਾ, ਉਹ ਇੱਧਰ ਉੱਧਰ ਠੋਕਰਾਂ ਖਾਂਦਾ ਫਿਰਦਾ, ਕੰਧਾਂ ਦੇ ਨਾਲ ਵੱਜਦਾ ਫਿਰਦਾ, ਉਹੋ ਜਿਹਾ ਜੀਵਨ
लेकिन गुरु ने टेक बख्श दी, सहारा बख्श दिता, चानन बख्श दिता। हुण हकीकत दा पता लग गया, हुण माया दे नालों मोह टुट गया ते केवल गुरु दे बचनां दे नाल प्यार बन गया। अज्ञान अंधेर विनाश, ज्ञान अंजन गुर दिया। ते अगे सतगुरु कहंदे हर किरपा ते संत भेटिया, नानक मन प्रकाश। परमात्मा ने किरपा करके सच्चे संत रूपे, केवल ते केवल संत सच्चा गुरु है ते सच्चे संत रूपी गुरु दे चरणां दे नाल मैनूं जोड़ दिता। मेरे मन दे विच भी परमात्मा दे नाम दा प्रकाश हो गया। को सतनाम श्री वाहिगुरू। जीवन नूं किनारा मिल गया, सार्थकता मिल गई। इसे करके सतगुरु कहंदे हर सतगुर चरण हम भाया राम। गुरु दे चरण मैनूं बड़े सोहणे लगदे आ। क्यों? क्योंकि गुरु दे चरणां दे विचों मैनूं की मिलिया? तिमर अज्ञान गवाया। अज्ञान दा जिहड़ा हनेरा है तिमर, वो गुरु ने गवा दिता, भाव दूर कर दिता। अज्ञानता दी धुंध खत्म कर दिती। गुर ज्ञान अंजन गुर पाया राम। ते ज्ञान दा सुरमा बख्श के मेरियां अखां दे धुंधलेपन नूं, जिहदे विच माया दा मोह, विकारां दी वासना, जिहदे विच विकृत बुद्धि ते विकार जिहड़े अखां दे राहीं मेरे अंदर जा रहे सन, जिन्हां ने सच नूं खत्म कर दिता, सच दी तस्वीर नूं ओझल कर दिता। गुरु ने वो विकार खत्म करके ज्ञान दा सुरमा बख्श के मेरे अंदर ज्ञान दा प्रकाश कर दिता। बलिया गुर ज्ञान अंधेरा विनसिया, हर रतन पदार्थ लाधा। गुरु दा ज्ञान जदों हिरदे विच बल पिया ते हनेरा जिहड़ा अज्ञानता दा खत्म हो गया ते रतन पदार्थ भाव अंदर वसिया होया परमात्मा लभ गया। हौमै रोग गया दुख लाथा, आप आपै गुरमुख खाधा। ते अंदरों जिहड़ा हंकार रूपी हौमै रूपी सब तो वड्डा रोग, कैंसर वर्गी भयानक बीमारी जिहड़ी हौमै दी सी, वो गुरु ने खत्म कर दित्ती ते गुरमत दी दात बख्श दित्ती। हुण मनमत सी, मनमत जिहड़ी खत्म हो गई है ते गुरमत जिंदगी दे विच आ गई है। गुरु दी सुहेली मत जिन्हें मेरे जीवन नूं किनारा बख्श दिता। अकाल मूरत वर पाया अविनाशी, ना कदे मरै ना जाया। हुण ऐसा आत्मा नूं सुहाग मिलिया, ऐसा आत्मा नूं पति मिलिया, ऐसा वर मिलिया जिहड़ा अकाल मूरत है, भाव कदे ना मरन वाला, जिहदी किरपा दे नाल सदा आत्मा सुहागण ते सुभागी रहेगी, सदा वडभागी रहेगी। विआह हुआ मेरे बाबला गुरमुखे हर पाया। ते ये सच्चा विआह, ये सच्चा लगन गुरु दी किरपा दे नाल परमेश्वर दे नाल जुड़िया है। आखो सतनाम श्री वाहिगुरू। गुरदेव पातशाह बचन करदे आ, गुर ज्ञान अंजन सत गुरु पाया, अज्ञान अंधेर विनाशे। जदों गुरु तो ज्ञान दा सुरमा हासिल कर लिया, भाव गुरु दी मत, गुरु दी बाणी दी विचार, सतगुरां दी समझ, गुरु महाराज सच्चे पातशाह दे असूल जदों जिंदगी दे विच कबूल कर लए, अज्ञानता दूर हो जाती है, बेअकलापन बंदा छड्ड दिंदा है ते अकल दे नाल जीवन जीना आ जांदा है। सतगुर सेव परम पद पाया, हर जपिया सास गिरासे। ते गुरु दे चरणां नूं सेवदियां सेवदियां, गुरु दे शब्द नूं जपदियां जपदियां, गुरु दे शब्द दी विचार नूं जीवन दे विच कमाउंदियां परम पद, भाव सब तो वड्डी आत्मिक अवस्था हासिल कर लई। ये दुनियावी पद, दुनियावी औहदे, ये किसे काम दे नहीं। को हर सम्मानी राजा, ये भूपत सब दिवस चार के, झूठे करत दवाजा। ये दुनिया दीयां कुर्सियां किसे काम दियां नहीं, लेकिन जिस मुकाम ते परमात्मा दा नाम पहुंचाउंदा है मनुख दे जीवन नूं, वो सदा थिर रहण वाला है। वो कदे मिटदा नहीं, वो कदे मरदा नहीं। शख्स मर जांदा है, लेकिन जेड़ी शख्सियत दी घाड़त गुरु घड़ दवे, ओदा शरीर बेशक बिनसे नूं हजारां साल क्यों ना हो गए होण, ओदी शख्सियत कदे दुनिया तो बिनसदी नहीं। आखो सतनाम श्री वाहिगुरू। ਇਹਦਾ ਜੀਵਤ ਜਾਗਤ ਉਦਾਹਰਨ ਸਤਿਗੁਰਾਂ ਦੀ ਬਾਣੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਮੌਜੂਦ ਹੈ। 35 ਬਾਣੀਕਾਰ ਭਗਤ ਸਾਹਿਬਾਨ ਜਿਨ੍ਹਾਂ ਦੇ ਸਰੀਰ ਬੇਸ਼ੱਕ ਦੁਨੀਆ ਦੇ ਵਿੱਚ ਨਹੀਂ ਹਨ, ਲੇਕਿਨ ਜੀਵਨ ਜਿਹੜਾ ਪਰਮਾਤਮਾ ਦੇ ਨਾਲ ਜੁੜਿਆ, ਜਿਹੜੀ ਜੀਵਨ ਦੀ ਘਾੜਤ ਪਰਮੇਸ਼ਰ ਨੇ ਘੜੀ ਆ, ਤੇ ਉਸ ਜੀਵਨ ਦਾ ਪ੍ਰਤਾਪ ਦੇਖੋ ਕਿੱਡਾ ਵੱਡਾ। ਉਹ ਪਰਮ ਪਦ, ਉਹ ਆਤਮਿਕ ਅਵਸਥਾ ਦੇਖੋ ਕਿੱਡੀ ਉੱਚੀ ਆ। ਸਰੀਰ ਗਏ ਨੂੰ ਹਜ਼ਾਰਾਂ ਸਾਲ ਹੋ ਗਏ ਆ ਇਸ ਦੁਨੀਆ ਤੋਂ, लेकिन उन्हां दे बचन, उन्हां दे जीवन अज भी साडे सिर नीवें कर दिंदे, झुका दिंदे। आखो सतनाम। जदों उन्हां दा नाम असीं सिमरदे आ, जबान ते जदों नाम आउंदा जां कंनां दे विच नाम पैंदा, ते उसे वक्त अखां दीयां पलकां झुक जांदियां, सिर नीवा हो जांदा ते हिरदे दे विच परमात्मा दे नाम दा प्रगास हो जांदा।
ਐਡਾ ਪ੍ਰਭਾਵਸ਼ਾਲੀ ਜੀਵਨ ਬਣ ਜਾਂਦਾ ਹੈ। ਹਜੂਰ ਪਾਤਸ਼ਾਹ ਕਹਿੰਦੇ ਇਹ ਘਾੜਤ ਕੇਵਲ ਤੇ ਕੇਵਲ ਗੁਰੂ ਘੜ ਸਕਦਾ ਹੈ। ਜਿੱਦਾਂ ਭਾਈ ਲਹਿਣੇ ਦੇ ਜੀਵਨ ਦੀ ਘਾੜਤ ਘੜ ਕੇ ਗੁਰੂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਬਣਾ ਦਿੱਤਾ। ਅਮਰਦਾਸ ਦੇ ਜੀਵਨ ਦੀ ਘਾੜਤ ਘੜ ਕੇ ਸੱਚੇ ਗੁਰੂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਬਣਾ ਦਿੱਤਾ। ਭਾਈ ਜੇਠੇ ਦੇ ਜੀਵਨ ਦੀ ਘਾੜਤ ਘੜ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਣਾ ਦਿੱਤਾ। ਉਸੇ ਤਰ੍ਹਾਂ ਜਿਸ ਦੇ ਜੀਵਨ ਦੀ ਘਾੜਤ ਨੂੰ, ਜਿਸ ਦੇ ਜੀਵਨ ਦੀ ਮੂਰਤ ਨੂੰ ਗੁਰੂ ਤਰਾਸ਼ ਦੇਵੇ, ਉਹਦਾ ਸਰੀਰ ਰਵੇ ਚਾਹੇ ਨਾ ਰਵੇ, ਉਹਦੀ ਸ਼ਖਸੀਅਤ ਦੁਨੀਆ ਦੇ ਉੱਤੇ ਸਦਾ ਦੇ ਲਈ ਅਮਿੱਟ ਤੇ ਅਮਰ ਹੋ ਜਾਂਦੀ ਹੈ। ਸਤਿਗੁਰ ਸੇਵ ਪਰਮ ਪਦ ਪਾਇਆ। ਇਹ ਅਵਸਥਾ ਮੈਨੂੰ ਸੱਚੇ ਗੁਰੂ ਦੇ ਚਰਨਾਂ ਚੋਂ ਪ੍ਰਾਪਤ ਹੋਈ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਵਚਨ ਕਰਦੇ ਆ, ਹਰ ਜਪਿਆ ਸਾਸ ਗਰਾਸੇ। ਸਾਸ ਗਰਾਸੇ ਦਾ ਭਾਵ ਹੈ ਹਰ ਇੱਕ ਸਾਹ ਦੇ ਨਾਲ ਆਪਣੇ ਗੁਰੂ ਦੇ ਬਚਨਾਂ ਦੀ ਆਰਾਧਨਾ ਕਰਨਾ। ਇੱਕ ਸਾਹ ਜਿਹੜਾ ਤਾਂ ਚੜਨਾ, ਸਾਹ ਥੱਲੇ ਆਉਣਾ, ਇਹ ਹੈ ਸਾਸ ਗਰਾਸ। ਸਾਹ ਤਾਂ ਜਾਣ ਦੇ ਨਾਲ ਵੀ ਮੁਖ ਦੇ ਵਿੱਚੋਂ ਵਾਹਿਗੁਰੂ ਨਿਕਲੇ ਤੇ ਸਾਹ ਥੱਲੇ ਆਉਣ ਦੇ ਨਾਲ ਵੀ ਵਾਹਿਗੁਰੂ ਨਿਕਲੇ। ਇੱਕ ਇੱਕ ਸਾਹ ਜਿਹੜਾ ਹੈ ਉਸ ਪਰਮਾਤਮਾ ਦੇ ਨਾਮ ਦੇ ਲੇਖੇ ਲੱਗ ਜਾਵੇ, ਬੰਦਗੀ ਦੇ ਲੇਖੇ ਲੱਗ ਜਾਵੇ, ਗੁਰੂ ਦੇ ਬਚਨਾਂ ਨੂੰ ਚਿਤਾਰਦਿਆਂ ਹੋਇਆਂ ਕਦੇ ਭੁੱਲਣਾ ਨਹੀਂ। ਹਮੇਸ਼ਾ ਇਹ ਮਨ ਦੇ ਵਿੱਚ ਚਿਤਵਦੇ ਰਹਿਣਾ, ਮਨ ਦੇ ਵਿੱਚ ਚਿਤਾਰਦੇ ਰਹਿਣਾ, ਮਨ ਨੂੰ ਚੇਤਾ ਕਰਾਉਂਦੇ ਰਹਿਣਾ, ਭਲਿਆ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਵਕੜੇ ਸਭ ਮੁਕਦੀ ਚੱਲੀ ਰਹਿਣ। ਰੱਬ ਨੇ ਤੈਨੂੰ ਲਾਹਾ ਲੈਣ ਵਾਸਤੇ ਜਨਮ ਦਿੱਤਾ। ਵੇਖੀ ਕਿਤੇ ਝੂਠ ਦੇ ਧੰਦਿਆਂ ਦੇ ਵਿੱਚ ਨਾ ਫਸ ਜਾਈਂ, ਵੇਖੀ ਕਿਤੇ ਰੱਬ ਦੇ ਬਖਸ਼ੇ ਇਸ ਸਰੀਰ ਤੋਂ ਕੋਈ ਪਾਪ ਨਾ ਕਰ ਬੈਠੀ, ਕਿਤੇ ਕੋਈ ਐਸਾ ਕਰਮ ਨਾ ਕਰ ਬੈਠੀ ਕਿ ਮਾਲਕ ਦੀ ਦਰਗਾਹ ਦੇ ਵਿੱਚ ਤੈਨੂੰ ਲੇਖਾ ਭੁਗਤਣਾ ਪਵੇ, ਤੈਨੂੰ ਸ਼ਰਮਿੰਦਗੀ ਹੋਵੇ, ਤੇਰਾ ਆਤਮਿਕ ਜੀਵਨ ਜਿਹੜਾ ਰੱਬ ਨੇ ਬਖਸ਼ਿਆ ਉਹ ਬਰਬਾਦ ਹੋ ਜਾਵੇ। ਆਪਣੇ ਗੁਰੂ ਦੇ ਬਚਨਾਂ ਨੂੰ ਸਦਾ ਯਾਦ ਕਰਦੇ ਰਹਿਣਾ। ਲਾਲਚ ਨਾ ਕਰੀ, ਸਰੀਰ ਦਾ ਮਾਣ ਨਾ ਕਰੀ, ਇਹਨੇ ਸਵਾਹ ਦੀ ਢੇਰੀ ਬਣ ਜਾਣਾ। ਪੈਸੇ ਧਨ ਦੌਲਤ ਦਾ ਮਾਣ ਨਾ ਕਰੀ, ਸਭ ਕੁਝ ਛੱਡ ਕੇ ਦੁਨੀਆ ਤੋਂ ਜਾਣਾ ਪੈਣਾ। ਜਦੋਂ ਏਦਾਂ ਇੱਕ ਇੱਕ ਸਾਹ ਦੇ ਨਾਲ ਆਪਣੇ ਗੁਰੂ ਦੇ ਬਚਨ ਯਾਦ ਕਰਾਂਗੇ, ਸਿਮਰਾਂਗੇ, ਤੇ ਸਤਿਗੁਰੂ ਕਹਿੰਦੇ ਆ ਆਤਮਿਕ ਅਵਸਥਾ ਸਤਿਗੁਰ ਸੇਵ ਪਰਮ ਪਦ ਪਾਇਆ। ਸਭ ਤੋਂ ਵੱਡਾ ਮੁਕਾਮ ਜਿਹੜਾ ਹੈ ਉਹ ਆਤਮਾ ਹਾਸਲ ਕਰ ਲੈਂਦੀ ਹੈ। ਸਭ ਤੋਂ ਵੱਡੀ ਉੱਚੀ ਅਵਸਥਾ, ਸਭ ਤੋਂ ਵੱਡਾ ਅਹੁਦਾ ਜਿਹੜਾ ਆਤਮਾ ਨੂੰ ਮਿਲ ਜਾਂਦਾ ਹੈ। ਜਿਨ ਕੋ ਹਰ ਪ੍ਰਭ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ। ਤੇ ਇਹ ਪਰਮਾਤਮਾ ਜਿਨ੍ਹਾਂ ਦੇ ਜੀਵਨ ਦੇ ਉੱਤੇ ਕਿਰਪਾ ਕਰ ਦੇਵੇ, ਜਿਹੜੇ ਟੁੱਟ ਕੇ ਆਪਣੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ, ਪਾਵੋਂ ਦਾਨ ਢੀਠ ਹੋਏ ਮੰਗੋ ਮੁਖ ਲਾਗੈ ਸੰਤ ਰੇ ਨਾਰੇ। ਢੀਠ ਹੋ ਕੇ ਜਿਹੜੇ ਆਪਣੇ ਰੱਬ ਦੇ ਦਰ ਤੋਂ ਮੰਗਦੇ ਆ ਵੀ ਸੱਚਿਆ ਪਾਤਸ਼ਾਹ ਕਿਰਪਾ ਕਰ, ਮੇਰਾ ਮੁਖ ਸਦਾ ਮੇਰੇ ਸੱਚੇ ਗੁਰੂ ਸੰਤ ਰੂਪੀ ਗੁਰੂ ਦੇ ਚਰਨਾਂ ਦੇ ਵਿੱਚ, ਉਹਦੇ ਚਰਨਾਂ ਦੀ ਧੂੜ ਦੇ ਵਿੱਚ ਲਿਬੜਿਆ ਰਵੇ। ਸਦਾ ਮੇਰਾ ਮੁਖ ਜਿਹੜਾ ਹੈ ਉਹ ਗੁਰੂ ਦੇ ਸਨਮੁਖ ਰਵੇ, ਗੁਰੂ ਦੀ ਹਜ਼ੂਰੀ 'ਚ ਰਵੇ। ਜਨ ਨਾਨਕ ਕਉ ਗੁਰ ਕਿਰਪਾਦਾਰੀ, ਰੱਬ ਹਾਥ ਦੇ ਨਿਸਤਾਰੇ। ਤੂੰ ਆਪ ਕਿਰਪਾ ਕਰਕੇ ਮੈਨੂੰ ਮੇਰੇ ਪੂਰੇ ਗੁਰੂ ਦੇ ਨਾਲ ਜੋੜ। ਤੇ ਹੁਣ ਜਿਹੜੇ ਢੀਠ ਹੋ ਕੇ ਮੰਗਦੇ, ਪਾਵੋਂ ਦਾਨ ਢੀਠ ਹੋਏ ਮੰਗੂ, ਜਿਹੜੇ ਢੀਠ ਹੋ ਕੇ ਰੱਬ ਤੋਂ ਮੰਗਦੇ ਆ ਤੇ ਪਰਮਾਤਮਾ ਉਹਨਾਂ ਦੇ ਜੀਵਨ ਦੇ ਉੱਤੇ ਕਿਰਪਾ ਕਰਦਾ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਤੇ ਜਦੋਂ ਪਰਮਾਤਮਾ ਦਾ ਨਾਮ ਅਸੀਂ ਮੰਗਾਂਗੇ, ਗੁਰੂ ਦੀ ਹਜ਼ੂਰੀ ਅਸੀਂ ਰੱਬ ਤੋਂ ਮੰਗਾਂਗੇ, ਤੇ ਪਰਮਾਤਮਾ ਕਿਰਪਾ ਕਰਕੇ ਉਹਨਾਂ ਦੇ ਜੀਵਨ ਨੂੰ ਗੁਰੂ ਦੇ ਨਾਲ ਜੋੜ ਦਿੰਦਾ ਹੈ। ਜਿਨ ਕੋ ਹਰ ਪ੍ਰਭ ਕਿਰਪਾ ਧਾਰੀ, ਤੇ ਜਿਨ੍ਹਾਂ ਦੇ ਉੱਤੇ ਉਹਦੀ ਕਿਰਪਾ ਹੋ ਜਾਵੇ ਤੇ ਸਤਿਗੁਰ ਸੇਵਾ ਲਾਇਆ, ਉਹ ਸੱਚੇ ਸਤਿਗੁਰੂ ਦੀ ਸੱਚੀ ਸੇਵਾ ਦੇ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰ ਲੈਂਦੇ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹਰ ਸਤਿਗੁਰ, ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਭਾਇਆ। हे ਪ੍ਰਮਾਤਮਾ ਜੀ ਕਿਰਪਾ ਕਰੋ, ਮੇਰਾ ਮਿਲਾਪ ਪੂਰੇ ਸੱਚੇ ਸਤਿਗੁਰੂ ਦੇ ਚਰਨਾਂ ਦੇ ਨਾਲ ਕਰਵਾ ਦਿਓ। ਗੁਰੂ ਦੇ ਚਰਨ ਮੈਨੂੰ ਬੜੇ ਪਿਆਰੇ ਲੱਗਦੇ ਆ, ਬੜੇ ਸੋਹਣੇ ਲੱਗਦੇ ਆ। ਗੁਰੂ ਦੇ ਚਰਨਾਂ ਤੋਂ ਬਿਨਾਂ ਕਿਤੇ ਵੀ ਆਤਮਿਕ ਸੁੱਖ ਨਹੀਂ।
किते जीवन दा किनारा नहीं। ते सब तो वड्डी गल गुरु दे चरणां दी किरपा तो बिना, गुर प्रसाद तो बिना एक ओंकार दी प्राप्ति नहीं। एक ओंकार सतगुर प्रसाद। जे तुहाडी प्राप्ति होनी आ, जे तुहाडी हजूरी मिलनी आ, जे तुहाडीआं खुशियां मिलनियां ने, जे तुहाडे घर दे विच थां मिलनी है, ते केवल गुरु दी किरपा दे नाल मेहरामत करके मेरा जीवन सच्चे गुरु दे चरणां दे नाल जोड़ दिओ। आखो सतनाम श्री वाहिगुरू। सो सतगुरु किरपा करन। साध संगत अज दी इत्थे लड़ीवार शब्द विचार नूं विश्राम है। अगले शब्द दी विचार आपां कल दे दीवानां दे विच सरवण करांगे। सतगुरां दा धन गुरु रामदास महाराज जी दा वडहंस राग दा छंतां दे विच उचारिया होया इह तीसरा शब्द है, जिस दे पहले पदे दी विचार आपां सरवण कर लई है। दूसरे पदे दी विचार आपां कल दे दीवानां दे विच सरवण करांगे। सतगुरु किरपा करके बख्श लैण। विचार करदिआं तों गुरु चरणा दी, गुरु संगत दे चरणा दी सेवा करदिआं तो होईआं बेअंत प्रकार दीआं भुलां दी खेमा दे जाचक हां। सतगुरु किरपा करके बख्श के अपने चरणा दे नाल जोड़ लैण। इसे तरह गुरु चरणा दी, गुरु संगत दे चरणा दी सेवा बख्श लैण। सारा जीवन गुरु चरणा दी सेवा करदिआं गुजर जावे। सो ये असीस बख्शणी तह दिलों धन्नवाद। गुरु महाराज किरपा करन, आप सरबत दे सिर दे उत्ते मेहर भरिआ हथ रखण। सो आओ हुण आनंद साहिब जी दा पाठ करके गुरु चरणा च अरदास बेनती करके सतगुरां दी असीस प्राप्त करिए जी। कोई रसना वांझी न रवे। सारी संगत गज के फतेह बुलाओ जी। वाहिगुरु जी का खालसा, वाहिगुरु जी की फतेह।